कर लो। डन डन। मोती मोती भावें किसी भी जगह ते जड़े जान कोई शिकायत नहीं करते। ते आ तुहानू थोड़ी जी गल दिने दिखा। किन्ने सोहने मोती। ते जे चलते 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 चलीए ते गल विच मोतियां दी माला, पैर विच चिट्टे मोती ते गले दे विच जिहड़ी माला है वो किस रंग दी है, तुसीं आप फीडबैक दे के दस्सिओ करिओ। ये जिहड़े मोती ने साडे देश नूं मोतियां वालियां सरकारां कित्थे ले जाणगियां और की काम करनगियां, इहदे उत्ते करदे हां गल डॉक्टर कनू शर्मा जी साडे नाल ने। सत श्री अकाल डॉक्टर साहब। सत श्री अकाल सर, सारे ਸਰੋਤਿਆਂ ਨੂੰ ਮੇਰੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਬੜੇ ਦਿਨ ਬਾਅਦ ਅਸੀਂ ਵੀਡੀਓ ਕਰਨ ਜਾ ਰਹੇ ਹਾਂ ਤੇ ਬੜਾ ਹੀ ਵਧੀਆ ਟੌਪਿਕ ਹੈ ਤੇ ਸੋਸ਼ਲੀ ਰੈਲੇਵੈਂਟ ਟੌਪਿਕ ਹੈ। ਸਰ ਉਹਦੇ ਤੇ ਗੱਲ ਕਰਨਗੇ। ਗੱਲ ਕਰਨੀ ਇਸ ਲਈ ਜ਼ਰੂਰੀ ਹੋ ਗਈ ਹੈ ਕਿ ਮੋਤੀਆਂ ਵਾਲੀ ਸਰਕਾਰ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਇੱਕ ਮੋਤੀਆਂ ਵਾਲੀ ਸਰਕਾਰ ਦਿੱਲੀ 'ਚ ਵੀ ਬੈਠੀ ਹੈ। ਦੱਸੋ ਤਾਂ ਕਿਹੜੀ ਹੈ ਭਲਾ? ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ, ਮੁੱਖ ਮੰਤਰੀ ਦਿੱਲੀ, ਤੇ ਉਧਰੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਹਦੇ ਮੰਤਰੀਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਸਰਕਾਰੀ ਖਜ਼ਾਨੇ ਦੀ ਜਿਹੜੀ ਹੈ ਕਿਸ ਹਿਸਾਬ ਨਾਲ ਜਿਹੜੀ ਹੈ ਟੈਕਸ ਪੇਅਰ ਦੀ ਮਨੀ ਨੂੰ ਇਨਵੈਸਟ ਕੀਤਾ ਜਾ ਰਿਹਾ, ਕਿੱਥੇ ਕਿੱਥੇ ਆਪਣੀ ਲਗਜ਼ਰੀ ਲਈ ਕੀਤਾ ਜਾ ਰਿਹਾ, ਇਸ ਦੇ ਉੱਤੇ ਕਰਨੀ ਹੈ ਗੱਲ ਅੱਜ ਤੁਹਾਡੇ ਨਾਲ। ਪਹਿਲੇ ਤਾਂ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੀ ਦਾ ਕੱਲ੍ਹ ਦਾ ਜਿਹੜਾ ਗੋਦੀ ਮੀਡੀਆ ਨੇ ਬੜਾ ਜ਼ਬਰਦਸਤ ਪ੍ਰਚਾਰ ਕੀਤਾ ਹੋਇਆ ਕਿ 45 ਕਰੋੜ ਰੁਪਈਆ ਜਿਹੜਾ ਉਹਨਾਂ ਨੇ ਆਪਣੇ CM ਹਾਊਸ ਦੇ ਉੱਤੇ ਲਗਾ ਲਿਆ। ਤੇ ਇਹ ਟਾਈਟਲ ਚੱਲ ਰਿਹਾ ਸੀ ਪਰਦੇ ਮੇਂ ਰਹਿਣੇ ਦੋ ਪਰਦਾ ਨਾ ਉਠਾਓ। ਤੇ ਇਹ ਪਰਦਾ ਜੇ ਉੱਠੇਗਾ ਤੇ ਕਈ ਇਹਦੇ ਵਿੱਚ ਇਸ ਹਮਾਮ ਦੇ ਵਿੱਚ ਆ ਜਾਣਗੇ। ਇਹ ਗੱਲ ਕਰਨੀ ਹੈ ਡਾਕਟਰ ਸਾਹਿਬ, ਇਹਦੇ ਬਾਰੇ ਦੱਸੋ। ਇਹ ਟੈਕਸ ਪੇਅਰ ਦੀ ਮਨੀ ਜਿਹੜੀ ਹੈ, ਤੁਸੀਂ ਅੱਛੇ ਲੀਗਲ ਪ੍ਰੈਕਟੀਸ਼ਨਰ ਹੋ, ਐਡਵੋਕੇਟ ਹੋ, ਹਾਈ ਕੋਰਟ ਦੇ ਵਿੱਚ ਔਰ ਸੁਪਰੀਮ ਕੋਰਟ ਵੀ ਜਾਂਦੇ ਹੋ, ਇਹ ਟੈਕਸ ਪੇਅਰ ਦੀ ਮਨੀ ਇੱਦਾਂ ਉਡਾਈ ਜਾ ਸਕਦੀ ਹੈ ਜਾਂ ਇਹਦੇ ਉੱਤੇ ਕੋਈ ਅੰਕੁਸ਼ ਲਗਾਇਆ ਜਾ ਸਕਦਾ ਇਸ ਤਰ੍ਹਾਂ ਦਾ? ਇਹਦੇ ਉੱਤੇ ਗੱਲ ਕਰਨੀ ਹੈ। ਸਰ ਪਹਿਲਾਂ ਤਾਂ ਤੁਸੀਂ ਟਾਈਟਲ ਬਹੁਤ ਸੋਹਣਾ ਕਿਹਾ, ਪਰਦੇ ਮੇ ਰਹਿਣੇ ਦੋ ਪਰਦਾ ਨਾ ਉਠਾਓ। ਜੇ ਅਸੀਂ ਸਰਕਾਰਾਂ ਦੇ ਇਸ ਪਰਦੇ ਨੂੰ ਚੱਕਣ ਲੱਗ ਗਏ ਤਾਂ ਪਤਾ ਨਹੀਂ ਕਿੰਨੇ ਸਾਰੇ ਸੱਚ ਜਿਹੜੇ ਹੈ, ਇਹਨਾਂ ਦੇ ਕਾਲੇ ਝੂਠ ਜਿਹੜੇ ਹੈ ਉਹ ਮੂਹਰੇ ਆ ਜਾਣਗੇ ਜੀ। ਤੇ ਇਸੇ ਕਰਕੇ ਇਹ ਜਿਹੜਾ ਹੈ ਬਰਦਾਸ਼ਤ ਨਹੀਂ ਕਰ ਪਾਉਂਦੇ ਕਿ ਕਿਵੇਂ ਸਾਡੇ ਸੱਚ ਜਿਹੜੇ ਹੈ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ। ਕਿਉਂਕਿ ਅਸੀਂ ਨਾ ਤਾਂ ਅਸੀਂ ਸਿਆਸਤ ਦੇ ਕੋਈ ਨੁਮਾਇੰਦੇ ਹਾਂ, ਨਾ ਅਸੀਂ ਕੋਈ ਕਿਸੇ ਦੇ ਚੇਲੇ ਹਾਂ, ਨਾ ਕਿਸੇ ਦੇ ਅਸੀਂ ਜਿਹੜਾ ਹੈ ਕਹਿੰਦੇ ਸਾਈਕੋਫੈਂਸੀ ਕਰਕੇ ਚਮਚਾਗਿਰੀ ਕਰਕੇ ਅੱਗੇ ਵਧਣਾ। ਅਸੀਂ ਆਪਣੇ ਸਿੱਧੇ ਰਾਹ 'ਤੇ ਵਕੀਲ ਹਾਂ, ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅੱਗੇ ਵਧਣਾ। ਅਸੀਂ ਜਿਹੜਾ ਹੈ ਸਮਾਜ ਸੇਵਾ ਕਰਦੇ ਹਾਂ, ਸਮਾਜ ਸੇਵਿਕਾ ਹੋਣ ਦੇ ਨਾਤੇ, ਸਮਾਜ ਸੇਵੀ ਹੋਣ ਦੇ ਨਾਤੇ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ। ਤਾਂ ਕਰਕੇ ਅੱਜ ਅਸੀਂ ਗੱਲ ਕਰਦੇ ਹਾਂ ਕਿਵੇਂ ਸਰਕਾਰਾਂ ਜਿਹੜਾ ਹੈ ਆਮ ਆਦਮੀ ਨੂੰ ਪਾਗਲ ਬਣਾ ਰਹੀਆਂ ਨੇ, ਕਿਵੇਂ ਐਲੀਟ ਸਰਕਾਰਾਂ ਜਿਹੜੇ ਐਲੀਟ ਕਲਾਸ ਆਪਣੇ ਆਪ ਨੂੰ ਬਣਾ ਕੇ ਟੈਕਸ ਪੇਅਰਸ ਦੀ ਮਨੀ ਦੇ ਨਾਲ ਆਪਣੇ ਆਪ ਨੂੰ ਐਲੀਟ ਬਣਾ ਕੇ ਅੱਗੇ ਵਧ ਰਹੇ ਨੇ, ਤੇ ਕਿਵੇਂ ਆਮ ਲੋਕਾਂ ਨੂੰ ਪਾਗਲ ਬਣਾ ਕੇ ਉਹਨਾਂ ਦੇ ਟੈਕਸ ਜਿਹੜਾ ਅਸੀਂ ਪੇ ਕਰਦੇ ਹਾਂ ਉਹਨੂੰ ਮਿਸਯੂਜ਼ ਕਰਦੇ ਨੇ। ਸਰ ਜਿਵੇਂ ਗੱਲ ਕੀਤੀ ਜਾਵੇ, ਮੈਂ ਸਾਰੀ ਸਰਕਾਰਾਂ ਦੀ ਗੱਲ ਕਰੂੰਗੀ, ਮੈਂ ਕੋਈ ਕਿਸੇ ਪਾਰਟੀ ਦਾ ਪੱਖ ਜਿਹੜਾ ਹੈ ਨਹੀਂ ਲਊਂਗੀ। देखो ना कहूँ से दोस्ती ना कहूँ से बैर, मैं अपने मंगा देश की खैर। परफेक्ट सर, बहुत वधिया गल कही। निरभव निरवैर, ना असी किसी तो डरते हैं जी ते ना ही असी साडा किसी नाल वैर है। ते जिहड़े खुद पिछों आके जिहड़ा है साडे नाल वैर करते हैं या चाकू खोबदे हैं, वो खुद अपने जिहड़े कर्मां लई रिस्पोंसिबल है ते असी उहदे लई बिल्कुल भी ध्यान नहीं दिंदे। सब तो इंपॉर्टेंट गल सर सरकारां दी जे कीती, सब तो पहला तो अजकल टॉपिक चल रहा जी शीश महल का। जिहड़ा शीश महल केजरीवाल ने बनाया होया है, दिल्ली सरकार का जिहड़ा स्कैम एक्सपोज होया है, दूसरा स्कैम जिहड़ा एक्सपोज होया है वो है 45 करोड़ स्पेंट बाय दिल्ली गवर्नमेंट ऑन रेनोवेशन ऑफ हाउस ऑफ केजरीवाल। दिल्ली के CM केजरीवाल जी के घर नूं रेनोवेट करने लई जिहड़ा 45 करोड़ रुपया लिता गया है, वो कित्थों आया, टैक्स पेयर्स की मनी नूं क्यों यूज़ किया गया, कि किवें उन्होंने जस्टिफाई किया गया, इसका कोई अता पता नहीं।
दूसरा जो टॉपिक अजकल चल रहा वो है अपने जोड़े प्राइम मिनिस्टर मोदी जी ने उन्होंने जोड़ा है कंटिजेंसी फंड का जोड़ा बफर है वो 1.75 लाख करोड़, दिस इज़ नॉट अ स्मॉल अमाउंट, वो जोड़ा है सरकार वाल ट्रांसफ़र किया गया है, उत्थे सरकार दे पॉलिसीज़ लिए जोड़ा है वो ट्रांसफ़र कराया गया है। ये दो जोड़े बहुत इंपॉर्टेंट मुद्दे सरकार दे चलते पे है, पूरे देश नूं जोड़े मुद्दों ने हिला के रखता है, वो जोड़ा है ये सरकारां दी असलीयत नूं जोड़ा है सामने लैके आंदा है। ये दर्शांदा कि किद्दां काला धन जोड़ा है जिन्हों आप बहुत पहला इशू चलिया सी कि ब्लैक मनी किवें जनरेट होंदी है, वो काला धन इस तरह जोड़ा है टैक्स पेयर्स की मनी नूं कन्वर्ट करन लई जिन्हों आप कहने कि क्रिमिनल मिसएप्रोप्रिएशन अपने लॉ की लैंग्वेज कहिए मिसएप्रोप्रिएट की गई है, ये मनी जोड़ा है उन्होंने कन्वर्ट कर दिता गया है रेनोवेशन की फॉर्म दे विच या वैलफेयर पॉलिसीज़ के नाम पर जोड़ा कन्वर्ट कर दिता गया है, क्योंकि वो जो पैसा खादा गया है, क्योंकि वो पैसा जोड़ा है अपने ऐशो आराम लिए यूज़ किया गया है। आप तो जी ये बहुत वड्डियां वड्डियां गड्डियां तुरे फिरदे हैं तो उदा आपदे आप नूं आम आदमी खुआंदे हैं। दूजी गल ये PM मोदी साहब ने अपने 2 टाइम के टेन्योर दे विच जिन्ना पैसा खादा है उन्ना तो असीं सोच भी नहीं सकते जी। जेड़े ये अपनी कहते हिस्टरी नूं फैन करते हैं, मैं चाय वाला था, मैं जो है मेरा आगे पीछे कोई नहीं है, परिवार नहीं है, सो मैंने तो आपका ही देखभाल करनी है, इस तरह की जिहड़ी गल्लां नूं फैन करके मोदी जी अज तक इत्थे पहुंचे है, वो गल्लां बिल्कुल बेबुनियाद होंदियां जा रही। 10-10 लाख के सूट इन्हां दे शुरू तो मशहूर ने, किवें अदानी अंबानी तो गिफ्ट्स ये लेंदे रहे है, शुरू तो हमेशा तो न्यूज़ च रहे ने। ग्लोब ट्रॉटिंग इन्होंने सब तो ज़्यादा की मोदी जी ने, यानी कि इंडिया का कोई ऐसा जगह सॉरी वर्ल्ड की ऐसी कोई जगह नहीं छड्डी जिहड़ी मोदी जी ने विजिट नहीं की। ताही वर्ल्ड लीडर के नाम पर जवाहरलाल नेहरू बनन की चाह दे विच इन्होंने वर्ल्ड लीडर बनन की चाह दे विच जिहड़ा वर्ल्ड का कोई देश जिहड़ा कोई नेशन जिहड़ा छड्डिया नहीं। सो इस तरह की जिहड़ी पॉलिसीज़ है, अरविंद केजरीवाल जी शुरू तो अपने आप नूं जिहड़ा है दिखा रहे, ऑनेस्ट लीडर दिखाने की कोशिश कर रहे हैं, करप्शन फ्री लीडर दिखाने की कोशिश कर रहे हैं। एंड सब तो वड्डा जिहड़े इहदे चों एक्सपोज होंदी है इस चीज़ तो ये है कि करप्शन करते हैं डायरैक्टली इनडायरैक्टली, ठीक है जी। कोई भी इहो जी जगह नहीं है जिथे इन्होंने करप्शन ना की होवे, चाहे वो कोई भी परपसली कर रहे होण, बट इन्हां दी जिहड़ी कहंदे मिली भगत है सारे पार्टीज़ दी, ये सब मिल के जिहड़ा है लोकां नूं लुट रहे हैं जी। एक चीज़ केजरीवाल साहब ने बड़ा प्रपंच रखिया सीगा कि भ्रिष्टाचार कि ये जिहड़ा 45 करोड़ रुपया केजरीवाल के भ्रिष्टाचार दे विच आउंदा इहदे उत्ते कोई कार्रवाई हो सकती है या नहीं, इहदे बारे चानना पाओ जी। सर देखो कार्रवाई तो होनी चाहिए है, लेकिन वही गल है सेंट्रल गवर्नमेंट का जो इशू आवे तो मैनू नहीं लगता इत्ते कोई कार्रवाई ज़्यादा होएगी। ऑल्दो ओपोजिशन राहुल गांधी वगैरह सब ये कह रहे हैं कि इट इज़ टोटली अनफेवरेबल टू दी पीपल ऑफ इंडिया। डेफिनेटली ओपोजिशन इनू चक रही है, पर मैनू नहीं लगता उन्ना प्रभाव पाएगा। लेकिन केजरीवाल के इशू के मैनू ऐ लग रहा है कि क्योंकि एक माइनॉरिटी पार्टी काउंट होंदी है, ऑलमोस्ट मतलब चाहे 6th नैशनल पार्टी कहा जाए को जो मर्जी कहा जाए, बट स्टिल जड़ा है एक माइनॉरिटी चान करके जड़ा है इन्हों फिर भी दबाया जा सकता है। मैनू लगता है कि इन्हों की की हुई करप्शन पर जरूर क्वेश्चन उठ सकता है। पंजाब की ओपोजिशन हो गई, दिल्ली की ओपोजिशन हो गई, मिल के जड़ा है इस गल नूं जरूर हाईलाइट करनगे। तो मैनू इहदा लगता सर जिहड़े दोगलापन है ना सर, ये इन्हों मरवांदा है आम आदमी पार्टी नूं। दोगलापन इन्हों का इहो जिहा है सर कि या तो अपने आप नूं करप्शन फ्री ना कहो। हुण बाकी पार्टीज़ की एक गल तो मनन वाली है सर कि वो कहते कि हाँ जी मिल बांट के खाते हैं, ठीक है, आपका विकास सबका विकास घर घर विकास, ठीक है जी, भी मिल बांट के जो है हम विकास करेंगे और आगे बढ़ेंगे। लेकिन आम आदमी पार्टी का दोगलापन ये है सर कि मुँह ते तो जी बड़े चंगे बनते हैं जी, तो करप्शन फ्री खवाते हैं, तो पिठ पिछों 45 करोड़ की रेनोवेशन चल रही है इन्होंने घर च, ठीक है जी। मामूली जी 500 रुपये की टी शर्ट पा के या शर्ट पा के अरविंद केजरीवाल जी हर फंक्शन च जाते हैं, 500 रुपये का जुत्ता पा के दिखा देंगे आ कि जी असी जो है बड़े ईमानदार हाँ। लेकिन इन्हों के जोड़े घर ने इन्हों के बच्चे जिस तरह की एजुकेशन लै रहे हैं वो तो जो रिफ्लैक्ट होंगे, जिस गड्डियां च घूमते हैं जी BMW इन्हों के लीडर्स यूज़ कर रहे हैं, वो तो पता लगता कि कितनी करप्शन इन्होंने की है, तो किद्दां कैश ते गड्डियां इन्होंने चक्कियां हुई ने। अज इन्हों की अगर चीज़ां देखिया जान कि इन्हों ते कोई लोन चल रहा है
ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਤੇ ਕੋਈ ਵੀ ਐਸਾ ਲੋਨ ਚੱਲ ਰਿਹਾ ਹੋਣਾ। ਇਹ ਸਾਰਾ ਕੁਝ ਹੀ ਜਿਹੜਾ ਹੈ ਕੈਸ਼ ਦੇ ਵਿੱਚ ਚੀਜ਼ਾਂ ਲੈ ਰਹੇ ਨੇ ਤੇ ਆਪਣਾ ਜਿਹੜਾ ਹੈ ਮਿਸਯੂਜ਼ ਕਰ ਰਹੇ ਨੇ ਸਾਰੇ ਮਨੀ ਨੂੰ। ਜੋ ਪੈਸਾ ਇਹਨਾਂ ਨੂੰ ਸਰਕਾਰ ਦੇ ਕੰਮਾਂ ਤੋਂ ਆ ਰਿਹਾ ਹੈ ਤੇ ਲੋਕਾਂ ਦਾ ਪੈਸਾ ਲੁੱਟ ਕੇ ਕਰਪਸ਼ਨ ਕਰਕੇ ਜੀ ਤੁਹਾਡਾ ਕੰਮ ਕਰ ਦਾਂਗੇ, ਉਸ ਤਰ੍ਹਾਂ ਜਿੱਦਾਂ ਇਹ ਪੈਸੇ ਮਿਸਯੂਜ਼ ਕਰ ਰਹੇ ਨੇ ਜੀ, ਉਹ ਸਾਫ਼ ਇਹਨਾਂ ਦੀ ਲਾਈਫਸਟਾਈਲ ਤੋਂ ਪਤਾ ਲੱਗ ਰਿਹਾ। ਇੱਕ ਚੀਜ਼ ਹੋਰ ਸਾਹਮਣੇ ਸਾਫ਼ ਤੇ ਸਪਸ਼ਟ ਤੌਰ ਤੇ ਉੱਗੜ ਕੇ ਆਉਂਦੀ ਹੈ ਕਿ ਰਾਮਦੇਵ ਨੇ, ਸਵਾਮੀ ਨਹੀਂ ਕਹਾਂਗਾ ਉਹਨੂੰ ਮੈਂ, ਰਾਮਦੇਵ ਨੇ ਬੜਾ ਰੌਲਾ ਪਾਇਆ ਸੀ 2014 ਤੋਂ ਪਹਿਲੇ ਕਿ ਭਾਰਤ ਦਾ ਜਿਹੜਾ ਕਾਲਾ ਧਨ ਹੈ ਵਿਦੇਸ਼ਾਂ 'ਚ ਪਿਆ ਵਾਪਸ ਆ ਜਾਏਗਾ 100 ਦਿਨ ਵਿੱਚ। ਜੇ ਨਾ ਆਇਆ ਅੱਗੋਂ ਖਾਲੀ ਥਾਵਾਂ ਛੱਡ ਦਿੱਤੀਆਂ ਤੇ ਅਜੇ ਤੱਕ ਵਾਪਸ ਨਹੀਂ ਆਇਆ। ਤੇ ਇਹਦੇ ਬਾਰੇ ਕੁਝ ਕਹੋਗੇ? ਸਰ ਉਹ ਬੜਾ ਮਤਲਬ ਪੁਰਾਣਾ ਇਸ਼ੂ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀ, ਅੱਜ ਵੀ ਉਹ ਉਸੀ ਲੈਵਲ ਤੇ ਹੈ। ਮੈਨੂੰ ਨਹੀਂ ਲੱਗਦਾ ਉਹਦਾ ਪਹਿਲਾਂ ਵੀ ਕੁਝ ਹੋਇਆ ਤੇ ਹੁਣ ਵੀ ਅੱਗੇ ਕੁਝ ਹੋਏਗਾ ਜੀ। ਮੈਨੂੰ ਨਹੀਂ ਲੱਗਦਾ ਇਹਦੇ ਤੇ ਕੋਈ ਵੀ ਕਾਰਵਾਈ ਕੀਤੀ ਜਾਏਗੀ, ਉਹਨੂੰ ਨਲ ਐਂਡ ਵੋਇਡ ਕਰਕੇ ਜਿਹੜਾ ਹੈ ਅੱਗੇ ਵਧਿਆ ਜਾ ਰਿਹਾ। ਇੱਕ ਚੀਜ਼ ਹੋਰ ਸਾਫ਼ ਉੱਗੜ ਕੇ ਸਾਹਮਣੇ ਆ ਰਹੀ ਹੈ ਕਿ ਜੇ ਇਹ ਮੰਨਿਆ ਜਾਏ ਕਿ ਵਿਦੇਸ਼ਾਂ ਵਿੱਚ ਕਾਲਾ ਧਨ ਜਿਹੜਾ ਪਿਆ ਸੀ 15 ਲੱਖ ਰੁਪਇਆ ਹਰ ਭਾਰਤੀ ਦੇ ਅਕਾਊਂਟ 'ਚ ਆ ਜਾਣਾ ਸੀ, ਤੇ ਹੁਣ ਇਹ 8-9 ਸਾਲਾਂ 'ਚ 30 ਲੱਖ ਤਾਂ ਹੋ ਜਾਣਾ ਚਾਹੀਦਾ, ਵਾਪਸ ਆਉਣਾ ਚਾਹੀਦਾ, ਤੇ ਵਿਦ ਇੰਟਰਸਟ ਪਾ ਕੇ 50 ਲੱਖ ਰੁਪਇਆ ਹਰ ਭਾਰਤੀ ਦੇ ਅਕਾਊਂਟ 'ਚ ਆਉਣਾ ਚਾਹੀਦਾ ਜਾਂ ਨਹੀਂ। ਜੇ ਕੈਲਕੂਲੇਸ਼ਨ ਮੰਨੀ ਜਾਏ ਸਵਾਮੀ ਰਾਮਦੇਵ ਦੀ ਜਾਂ ਇਸ ਸਰਕਾਰ ਦੀ, ਇਹਦੇ ਬਾਰੇ ਕੁਝ ਕਹੋਗੇ? ਸਰ ਇਹਦੇ ਬਾਰੇ ਤਾਂ ਮੈਂ ਇਹੀ ਕਹੂੰਗੀ ਕਿ ਮੈਨੂੰ ਇਹ ਲੱਗਦਾ ਸਰ ਜਿੱਦਾਂ ਸਰਕਾਰਾਂ ਇਹ ਵਾਅਦਾ ਕਰ ਲੈਂਦੀਆਂ ਕਿ ਜੀ ਇੰਨਾ ਪੈਸਾ ਪਵਾਵਾਂਗੇ ਆਮ ਆਦਮੀ ਦੇ ਅਕਾਊਂਟ 'ਚ ਤੇ ਤੁਹਾਨੂੰ ਨਹੀਂ ਲੱਗਦਾ, ਪਤਾ ਨਹੀਂ ਤੁਸੀਂ ਕਿਸ ਐਂਗਲ ਨਾਲ ਦੇਖਦੇ ਹੋ, ਮੈਂ ਇਸ ਗੱਲ ਨੂੰ ਇਸ ਐਂਗਲ ਨਾਲ ਦੇਖਦੀ ਹਾਂ ਕਿ ਸਾਰੇ ਚਾਹੁੰਦੇ ਆ ਕਿ ਸਾਹਮਣੇ ਵਾਲਾ ਬੰਦਾ ਸਾਡੇ ਲਈ ਹਮੇਸ਼ਾ ਗਰੀਬ ਬਣਿਆ ਰਹੇ। ਅਸੀਂ ਇਹਨਾਂ ਨੂੰ 1000 ਰੁਪਏ ਮਹੀਨਾ ਜਾਂ 15 ਲੱਖ ਜੋ ਵੀ ਪ੍ਰੋਮਿਸ ਕੀਤਾ ਹੈ ਸਾਲ ਦਾ ਜਾਏਗਾ ਜਾਂ ਵੋਟਐਵਰ ਸਟੇਟਸ ਨੇ ਇਹਨਾਂ ਨੂੰ ਵਾਅਦਾ ਕੀਤਾ ਹੈ, ਇਹਨਾਂ ਦਾ ਮੇਨ ਏਮ ਤੁਸੀਂ ਧਿਆਨ ਨਾਲ ਦੇਖੋ, ਅੰਡਰਲਾਈਨ ਪੋਲਿਸੀ ਕੀ ਹੈ ਕਿ ਆਮ ਆਦਮੀ ਗਰੀਬ ਹੀ ਬਣਿਆ ਰਹੇ, ਆਮ ਆਦਮੀ ਸਾਡੇ ਤੇ ਹੀ ਡਿਪੈਂਡ ਹੋਇਆ ਰਹੇ। ਉਹ ਉਸ 1000 ਰੁਪਏ ਜਾਂ ਉਸ ਰਾਸ਼ੀ ਨੂੰ ਹੀ ਦੇ ਧਿਆਨ ਦੇਵੇ, ਫ੍ਰੀ ਦੀ ਬਿਜਲੀ ਦੇ ਦਿਓ ਸਾਨੂੰ, ਫ੍ਰੀ ਦਾ ਉਹ ਦੇ ਦਿਓ, ਹੈ ਨਾ, ਸਰਕਾਰਾਂ ਤੇ ਹੀ ਡਿਪੈਂਡੈਂਟ ਰਹੇ। ਤੇ ਅਸੀਂ ਜਿਹੜਾ ਹੈ ਇਹਨਾਂ ਤੇ ਇਸ ਤਰ੍ਹਾਂ ਰਾਜ ਕਰੀਏ, ਸ਼ਾਸਨ ਜਿਹੜਾ ਇਹ ਚਲਾਉਣਾ ਚਾਹੁੰਦੇ, ਰੂਲ ਕਰਨਾ ਚਾਹੁੰਦੇ ਆ। ਇਹ ਜਿਹੜੇ ਭੁਲੇਖੇ 'ਚ ਬੈਠੇ ਹੋਏ ਆ ਨਾ ਕਿ ਇਸ ਤਰ੍ਹਾਂ ਇਹ ਰੂਲ ਕਰਨਗੇ, ਇਹ ਬਹੁਤ ਵੱਡਾ ਭੁਲੇਖਾ ਇਹਨਾਂ ਦਾ, ਬਹੁਤ ਜਲਦ ਜਿਹੜਾ ਨਿਕਲਣ ਵਾਲਾ। ਕਹਿੰਦੇ ਕੁੱਤਾ ਪਾਲੋ ਬਿੱਲੀ ਪਾਲੋ ਪਰ ਗਲਤਫਹਿਮੀ ਕਦੇ ਨਾ ਪਾਲੋ। ਤਾਂ ਜਿੰਨਾ ਮਰਜ਼ੀ ਇੰਡੀਆ ਲੈਵਲ ਤੇ ਮਾਰਕੀਟਿੰਗ ਹੋ ਜੇ, ਜੋ ਮਰਜ਼ੀ ਅਨਾਉਂਸਮੈਂਟ ਹੋ ਜੇ, ਪੁਆਇੰਟ ਇਹ ਕਿ ਜਿਹੜੀ ਗਲਤਫਹਿਮੀ ਹੈ ਬਹੁਤ ਜਲਦੀ ਨਿਕਲਣ ਵਾਲੀ ਹੈ ਜੀ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਰੂਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਡੈਫੀਨੇਟਲੀ ਰੈਵੋਲੂਸ਼ਨ ਦਾ ਫਾਰਮ ਲੈਂਦੀ ਹੈ। ਅਕਸਰ ਅਸੀਂ ਇੰਨੇ ਸਾਲਾਂ ਤੋਂ ਹਿਸਟਰੀ ਤੋਂ ਦੇਖਦੇ ਆ ਰਹੇ ਹਾਂ ਕਿ ਲੋਕ ਜਿਹੜਾ ਰੈਵੋਲੂਸ਼ਨ ਕਿੱਥੋਂ ਪੈਦਾ ਹੁੰਦਾ, ਮੰਗਲ ਪਾਂਡੇ ਦੇ ਲੈਵਲ ਤੋਂ ਦੇਖ ਲਓ, 1857 ਤੋਂ ਦੇਖ ਲਓ, 1947 ਦੇਖ ਲਓ, ਮਨੀਕਰਨਿਕਾ ਦੇਖ ਲਓ, ਜਿਹੜਾ ਝਾਂਸੀ ਕੀ ਰਾਣੀ ਹੈ, ਇਹ ਸਾਰਾ ਰੈਵੋਲੂਸ਼ਨ ਕਦੋਂ ਆਇਆ? ਜਦੋਂ ਤੁਸੀਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਤੁਸੀਂ ਕੋਈ ਵੀ ਲੋਕਾਂ ਨੂੰ ਆਪਣੇ ਥੱਲੇ ਅੰਡਰ ਕਰਨ ਦੀ ਕੋਸ਼ਿਸ਼ ਕਰੋਗੇ, ਇਨਫਲੂਐਂਸ ਕਰੋਗੇ, ਤਾਂ ਡੈਫੀਨੇਟਲੀ ਇੱਕ ਰਿਵੋਲਟ ਆਏਗਾ। ਔਰ ਉਹੀ ਰਿਵੋਲਟ ਅੱਜ ਜਿਹੜਾ ਹੈ ਓਪੋਜੀਸ਼ਨ ਵੱਲੋਂ ਆ ਰਿਹਾ ਹੈ, ਚਾਹੇ ਉਹ ਕੇਜਰੀਵਾਲ ਜੀ ਉਹਦਾ ਸ਼ਿਕਾਰ ਬਣਨ, ਚਾਹੇ ਮੋਦੀ ਜੀ ਉਹਦਾ ਸ਼ਿਕਾਰ ਬਣਨ। ਪੁਆਇੰਟ ਇਸ ਕਿ ਇਹ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਨਿਕਲ ਕੇ ਆਏਗਾ। ਇੱਕ ਗੱਲ ਚੇਤਾ ਰਿਹਾ ਤੁਹਾਨੂੰ, ਜਦੋਂ ਅੰਗਰੇਜ਼ਾਂ ਨੇ 300-350 ਸਾਲ ਪਹਿਲੋਂ ਭਾਰਤ ਦੀ ਧਰਤੀ ਤੇ ਕਲਕੱਤਾ ਵੱਲੋਂ ਪੈਰ ਰੱਖਿਆ ਸੀ, ਇੱਕ ਤਜਾਰਤੀ ਬਣ ਕੇ ਆਏ ਸੀ ਤੇ ਰਾਜ ਕਰਨ ਵਾਲੇ ਬਣ ਗਏ। ਪੰਜਾਬੀ ਵਿੱਚ ਕਹਿੰਦੇ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ। ਔਰ ਜਦੋਂ ਬਕਸਰ ਜਿਹੜਾ ਪਟਨਾ ਸਾਹਿਬ ਤੋਂ ਤਕਰੀਬਨ 100 ਕਿਲੋਮੀਟਰ ਦੀ ਦੂਰੀ 'ਤੇ ਹੈ, ਉੱਥੇ ਜਦੋਂ ਅੰਗਰੇਜ਼ਾਂ ਨੇ ਪਹਿਲੀ ਭਾਰਤ ਦੀ ਧਰਤੀ 'ਤੇ ਜੰਗ ਲੜੀ ਤਾਂ ਉੱਥੋਂ ਦੇ ਬਕਸਰ ਦੇ ਲੋਕਾਂ ਨੇ, ਅੰਗਰੇਜ਼ ਕਮਾਂਡਰ ਇਹ ਕਹਿ ਰਿਹਾ ਕਿ ਸਾਡਾ ਉਹਨਾਂ ਨੇ ਤਾੜੀਆਂ ਮਾਰ ਕੇ ਖੈਰ ਮਕਦਮ ਕੀਤਾ, ਸਾਡੇ ਵਿਜੇ ਜਲੂਸ था, ਔਰ ਉਹਨਾਂ ਨੇ ਆਪਣੇ ਰਾਜੇ ਦੇ ਖਿਲਾਫ ਰਿਵੋਲਟ ਕੀਤੀ। ਇਹ ਕੋਈ ਸੰਕੇਤ ਹੈ ਜਾਂ ਇਹਦੇ ਤੋਂ ਕੋਈ ਸਰਕਾਰਾਂ ਇਹਦੀਆਂ ਸਿੱਖਣਗੀਆਂ ਜਾਂ ਨਹੀਂ ਸਿੱਖਣਗੀਆਂ, ਇਹ ਦੱਸੋ ਸਰ। ਇਹ ਮੈਂ ਤਾਂ ਜਿੱਦਾਂ ਹੁਣੀ ਕਹਿ ਕੇ ਹਟੀ ਹਾਂ ਕਿ ਰੈਵੋਲੂਸ਼ਨ ਡੈਫੀਨੇਟਲੀ ਹੋਏਗਾ, ਬਟ ਇੱਕ ਗੱਲ ਅਗੇਨ ਇਹ ਇਹਨਾਂ ਦੀ USP ਹੈ ਸਾਰੇ ਪੋਲੀਟੀਸ਼ੀਅਨਸ ਦੀ ਸਰ, ਇਹ ਜਿਹੜੇ ਚੋਰ ਹੁੰਦੇ ਆ ਸਰ ਉਹ ਭੱਜਦੇ ਬੜੀ ਬੁਰੀ ਤਰ੍ਹਾਂ। ਜਦੋਂ ਵੀ ਸਰ ਕੋਈ ਵੀ ਆਮ ਲੋਕ ਇਹਨਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰਨ ਜਾਂ ਕਨਫਰੰਟ ਕਰਨ ਦੀ ਕੋਸ਼ਿਸ਼ ਕਰਨ, ਸਭ ਤੋਂ ਪਹਿਲਾਂ ਇਹ ਭੱਜਦੇ ਆ ਜੀ। ਤੁਸੀਂ ਕਦੇ ਨੋਟਿਸ ਕੀਤਾ? ਉਹ ਰਾਮਲੀਲਾ ਮੈਦਾਨ ਵਾਲਾ ਸ਼ਾਇਦ ਤੁਹਾਨੂੰ ਇਨਸੀਡੈਂਟ ਯਾਦ ਹੋਊਗਾ, ਜਦੋਂ ਭੱਜ ਕੇ ਜਿਹੜਾ ਹੈ ਰਾਮਲੀਲਾ ਮੈਦਾਨ ਦੇ ਵਿੱਚ ਉਹਨੇ ਬਾਬਾ ਰਾਮ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਇਆ ਸੀ, ਉਹ ਵੀ ਸਲਵਾਰ ਪਾ ਕੇ। ਹਾਂ, ਕੁੜੀ ਦੇ ਜਿਹੜੇ ਲੇਡੀ ਦੀ ਅਟਾਇਰ ਗੇਨ ਕਰਕੇ ਜਿਹੜਾ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਇਆ ਸੀ। ਉਹੀ ਉਸ ਐਗਜ਼ਾਮਪਲ ਨੂੰ ਧਿਆਨ ਨਾਲ ਸੋਚੋ ਕਿ ਇਹ ਸਾਰੇ ਜਿਹੜੇ ਚੋਰ ਪੋਲੀਟੀਸ਼ੀਅਨਸ ਨੇ ਇਹ ਇਸੇ ਤਰ੍ਹਾਂ ਭੱਜਦੇ ਆ ਜੀ। ਤੁਸੀਂ ਇਮੈਜਿਨ ਕਰ ਲਓ, ਮਤਲਬ ਮੈਨੂੰ ਇਹ ਲੱਗਦਾ ਹੈ ਕਿ ਇਹ ਸੀਨ ਸਭ ਨੂੰ ਯਾਦ ਹੋਏਗਾ ਕਿ ਕਿੱਦਾਂ ਛਾਲ ਮਾਰ ਕੇ ਉਹਨੇ ਆਪਣੇ ਆਪ ਨੂੰ ਬਚਾਇਆ ਸੀ। ਇਹ ਸਲਵਾਰ ਦੀ ਇੱਜ਼ਤ ਹੋਈ ਜਾਂ ਬੇਇੱਜ਼ਤੀ ਹੋਈ, ਇਹਦੇ ਬਾਰੇ ਮੋਦੀ ਸਾਹਿਬ ਦੀ ਵਿਮਨ ਐਮਪਾਵਰਮੈਂਟ ਕੀ ਕਹਿੰਦੀ ਹੈ? ਇਹਦੇ ਉੱਤੇ ਗੱਲ ਕਰ ਦਿਓ ਪਲੀਜ਼। ਸਰ ਮੈਨੂੰ ਇਹ ਲੱਗਦਾ ਕਿ
ਇੱਕ ਲੇਡੀ ਨੂੰ ਇੱਕ ਆਦਮੀ ਨਾਲ ਕੰਪੇਅਰ ਕਰਨਾ ਹੀ ਆਪਦੇ ਆਪ 'ਚ ਇੱਕ ਕੁੜੀ ਦੀ ਬੇਇੱਜ਼ਤੀ ਹੈ। ਜਦੋਂ ਤੁਸੀਂ ਮਤਲਬ ਮੈਂ ਤਾਂ ਇੱਕ ਲੇਡੀ ਨੂੰ ਇੱਕ ਦੁਰਗਾ ਦੇ ਰੂਪ 'ਚ ਸੋਚਦੀ ਹਾਂ, ਇੱਕ ਪਾਵਰਫੁਲ ਸ਼ਕਤੀ ਦੇ ਫਾਰਮ 'ਚ ਸੋਚਦੀ ਹਾਂ ਸਰ। ਕੋਈ ਵੀ ਇੱਕ ਲੇਡੀ ਦੀ ਡਿਸਰਿਸਪੈਕਟ ਕਰਦਾ ਹੈ ਨਾ ਸਰ, ਤਾਂ ਉਹਦਾ ਕਰਮਾ ਉਹਨੂੰ ਜਿਹੜਾ ਹੈ ਫੋਲੋ ਕਰਨਾ ਹੀ ਪੈਣਾ। ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਅਨਇੰਟੈਂਸ਼ਨਲੀ ਇਹ ਹੋ ਗਿਆ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਹਰਕਤ ਕਰਨੀ, ਸਲਵਾਰ ਕਮੀਜ਼ ਪਾ ਕੇ ਆਪਣੇ ਆਪ ਨੂੰ ਵੀਕ ਸ਼ੋਅ ਕਰਕੇ ਬਚਣਾ ਕਿਤੋਂ। ਤੁਸੀਂ ਇਹ ਸ਼ੋਅ ਕਰਨਾ ਚਾਹ ਰਹੇ ਹੋ ਆਈ ਐਮ ਅ ਵੂਮਨ, ਪਲੀਜ਼ ਸੇਵ ਮੀ, ਅਬਲਾ ਨਾਰੀ ਹੈ ਨਾ, ਵੂਮਨ ਇਨ ਡਿਸਟ੍ਰੈਸ। ਤਾਂ ਉਹ ਇੱਦਾਂ ਦੀ ਪੋਰਟਰੇ ਕਰਕੇ ਹੀ ਤੁਸੀਂ ਇੱਕ ਵੂਮਨ ਦੀ ਇਨਸਲਟ ਕਰ ਰਹੇ ਹੋ। ਤੇ ਉਸ ਤਰ੍ਹਾਂ ਜਿਹੜਾ ਹੈ ਉਹ ਡੈਫੀਨੇਟਲੀ ਤੁਹਾਨੂੰ, ਮੈਨੂੰ ਲੱਗਦਾ ਹੈ ਜਿਹੜੀ ਪਾਵਰਫੁਲ ਡਿਵਾਈਨ ਪਾਵਰ ਹੈ ਉਹ ਤੁਹਾਨੂੰ ਉਹਦਾ ਕਰਮਾ ਜਿਹੜਾ ਫੇਸ ਕਰਨਾ ਹੀ ਪੈਂਦਾ ਹੈ। ਜਮਰੌਦ ਦੇ ਕਿਲੇ ਵਿੱਚ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਸੁਸ਼ੋਭਿਤ ਹੈ, ਔਰ ਉੱਥੇ ਉਹਨੇ ਜਦੋਂ ਪਠਾਨਾਂ ਨੂੰ ਸਲਵਾਰਾਂ ਪਾਈਆਂ, ਔਰ ਸਲਵਾਰਾਂ ਜਿਹੜੀਆਂ ਅੱਜ ਤੱਕ ਉਹ ਚੱਲ ਰਹੀਆਂ, ਤੇ ਹਰੀ ਸਿੰਘ ਨਲੂਏ ਦਾ ਵੀ ਨਾਮ ਚੱਲ ਰਿਹਾ। ਇਹਦੇ ਬਾਰੇ ਕੋਈ ਗੱਲ ਕਹੋਗੇ? ਸਰ ਇਹ ਤਾਂ ਦੇਖੋ, ਮੈਂ ਕਿਉਂਕਿ ਸਿੰਸ ਇਹ ਰਿਲੀਜਨ ਰਿਲੇਟਡ ਹੈ, ਮੈਨੂੰ ਲੱਗਦਾ ਮੈਨੂੰ ਇੱਥੇ ਕਮੈਂਟ ਕਰਨਾ ਚਾਹੀਦਾ। ਨਹੀਂ, ਇਹ ਰਿਲੀਜਨ ਰਿਲੇਟਡ ਨਹੀਂ ਹੈ, ਇਹ ਰਾਜਨੀਤੀ ਰਿਲੇਟਡ ਹੈ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਮੈਨੂੰ ਲੱਗਦਾ ਕਿ ਜਿੱਦਾਂ ਅਗਰ ਕਿਸੇ ਮੁਸਲਿਮ ਦੀ ਅਟਾਇਰ ਉਹ ਪਠਾਨੀ ਸਲਵਾਰ ਹੈ ਜਾਂ ਕੁਛ ਹੈ, ਆਈ ਥਿੰਕ ਸਾਨੂੰ ਇਹਦੇ ਤੇ ਨਹੀਂ ਗੱਲ ਕਰਨੀ ਚਾਹੀਦੀ। ਉਦੋਂ ਉਹ ਸਲਵਾਰਾਂ ਨਹੀਂ ਪਾਉਂਦੇ ਸੀ, ਬਾਗੀ ਸਨ, ਲੇਕਿਨ ਬਾਗੀਆਂ ਨੂੰ ਦੱਬਣ ਦੀ ਖਾਤਰ ਜਿਹੜੀ ਵੀ ਜੋ ਵੀ ਰਾਜਨੀਤੀ ਚੱਲੀ ਗਈ ਉੱਥੇ, ਜੋ ਵੀ ਸਿਸਟਮ ਚੱਲਿਆ ਗਿਆ ਉੱਥੇ, ਉਸ ਦੀ ਵਜ੍ਹਾ ਕਰਕੇ ਸਲਵਾਰਾਂ ਦਾ ਪ੍ਰਚਲਨ ਹੋਇਆ। ਕਿ ਰਾਮਦੇਵ ਸਵਾਮੀ ਨੇ ਸਲਵਾਰਾਂ ਦਾ ਪ੍ਰਚਲਨ ਜਿਹੜਾ ਉੱਥੋਂ ਗ੍ਰਹਿਣ ਕਰਕੇ ਛਾਲ ਮਾਰ ਕੇ ਰਾਮਲੀਲਾ ਮੈਦਾਨ ਵਿੱਚੋਂ ਭੱਜੇ, ਜਾਂ ਕੀ? ਇਹ ਤਾਂ ਸਵਾਮੀ ਰਾਮਦੇਵ ਜੀ ਨੂੰ ਹੀ ਬਣਦਾ ਹੈ ਇਸ ਦਾ ਜਵਾਬ ਦੇਣਾ, ਲੇਕਿਨ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਕਮੈਂਟ ਕਰ ਦਿਓ ਚਲਦੇ ਚਲਦੇ। ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਨਸਪਾਇਰ ਉੱਥੋਂ ਹੋਏ ਹੋਣ ਜ਼ਰੂਰ, ਕਿ ਬਈ ਉਸ ਤਰ੍ਹਾਂ ਹੀ ਮੈਂ ਇਹਨੂੰ ਐਜ਼ ਅ ਸ਼ੀਲਡ ਯੂਜ਼ ਕਰ ਲਾਂ, ਵੇਅਰਿੰਗ ਸਲਵਾਰ ਔਰ ਪੋਰਟਰੇਇੰਗ ਹਿਮਸੈਲਫ ਐਜ਼ ਅ ਵੂਮਨ ਮਾਈਟ ਬੀ ਯੂਜ਼ਡ ਐਜ਼ ਅ ਸ਼ੀਲਡ। ਤਾਂ ਉਸ ਤਰ੍ਹਾਂ ਆਪਣੇ ਆਪ ਨੂੰ ਬਚਾਵ ਲਈ ਜਿੱਦਾਂ ਉਹਨਾਂ ਨੇ ਯੂਜ਼ ਕੀਤਾ, ਤਾਂ ਡੈਫੀਨੇਟਲੀ ਮੇ ਬੀ ਮੁਸਲਿਮਸ ਨੇ ਵੀ ਉਸ ਟਾਈਮ 'ਤੇ ਪਠਾਨੀ ਸਲਵਾਰ ਸਟਾਰਟ ਕਰਕੇ ਸ਼ਾਇਦ ਇਹ ਕੀਤਾ ਹੋਵੇ। ਜਿਵੇਂ ਕਿ ਤੁਸੀਂ ਕਹਿ ਰਹੇ ਹੋ, ਜਿਵੇਂ ਤੁਸੀਂ ਮੈਨੂੰ ਗਾਈਡ ਕੀਤਾ ਕਿ ਸ਼ਾਇਦ ਇਹ ਉਸ ਸੈਂਸ ਨਾਲ ਬੇਸਿਕ ਅੰਡਰਲਾਈਨ ਪੋਲਿਸੀ ਸ਼ਾਇਦ ਉਹਦੀ ਇਹੀ ਹੋਵੇ, ਲੇਕਿਨ ਮੈਂ ਇਹ ਤੋਂ ਜਾਗਰੂਕ ਨਹੀਂ ਹੈਗੀ ਜਿਹੜਾ ਤੁਸੀਂ ਮੁਸਲਿਮਸ ਦੇ ਰਿਲੇਟਡ ਕਹਿ ਰਹੇ ਹੋ, ਸੋ ਤਾਂ ਕਰਕੇ ਮੈਂ ਇੱਥੇ ਜ਼ਿਆਦਾ ਗੱਲ ਨਹੀਂ ਕਰ ਰਹੀ ਜੀ। ਇੱਕ ਚੀਜ਼ ਹੋਰ ਚਲਦੇ ਚਲਦੇ ਇਹ ਜ਼ਰੂਰ ਦੱਸੋ ਕਿ ਟੈਕਸ ਪੇਅਰ ਦੀ ਮਨੀ ਦਾ ਖਿਲਵਾੜ ਜਿਹੜਾ ਹੈ ਇਹ ਹੁੰਦਾ ਰਹੇਗਾ ਜਾਂ ਚੱਲਦਾ ਰਹੇਗਾ, ਜਾਂ ਅੱਗੋਂ ਕਦੀ ਬੰਦ ਹੋਏਗਾ, ਜਾਂ ਇਹਦੇ ਉੱਤੇ ਕੋਈ ਕਾਨੂੰਨ ਆਏਗਾ, ਲਾ ਮੇਕਰ ਕਾਨੂੰਨ ਬਣਾਉਣਗੇ ਜਾਂ ਨਹੀਂ? ਇਸ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਸਰ। ਮੈਨੂੰ ਇਹ ਲੱਗਦਾ ਹੈ ਕਿ ਕਾਨੂੰਨ ਬਣਾਉਣਾ ਕੁਛ ਨਹੀਂ ਹੁੰਦਾ। ਜਿਵੇਂ ਕਿ ਹੁਣ ਤੁਹਾਨੂੰ ਅਗੇਨ ਮੈਂ ਥੋੜਾ ਮੈਂਸ਼ਨ ਕਰਨਾ ਭੁੱਲ ਗਈ, ਜਿਵੇਂ ਕਿ ਲੇਟੈਸਟ ਸਾਹਮਣੇ ਆਇਆ ਹੈ ਕਿ ਸਾਡੇ ਮਾਨਯੋਗ ਕੈਬਨਿਟ ਮੰਤਰੀ ਜਿਹੜੇ ਅਨਮੋਲ ਗਗਨ ਮਾਨ ਜੀ ਨੇ, ਉਹਨਾਂ ਨੇ 3 ਕਰੋੜ ਦਾ ਘਪਲਾ ਕੀਤਾ ਜੀ। ਜਿੱਦਾਂ ਕਿ ਪਹਿਲਾਂ ਸ਼ਾਇਦ ਲੋਕਾਂ ਨੂੰ ਹਿਸਟਰੀ ਨਹੀਂ ਉਹਨਾਂ ਦੀ ਪਤਾ ਕਿ ਉਹਨਾਂ ਦੇ ਫਾਦਰ ਸਾਹਿਬ ਵੀ ਜਿਹੜਾ ਹੈ ਮਾਨਸੇ ਤੋਂ ਇੱਕ ਸਕੈਮ ਕਰਕੇ, ਚਿੱਟ ਫੰਡ ਸਕੈਮ ਕਰਕੇ ਇੱਥੇ ਆਏ ਸੀ, ਤਾਂ ਉੱਥੋਂ ਭੱਜ ਕੇ ਮਾਨਸਾ ਛੱਡ ਕੇ ਉਹ ਖਰੜ ਤੇ ਮੋਹਾਲੀ ਸ਼ਿਫਟ ਹੋ ਗਏ ਸੀ ਜੀ। ਤੇ ਉਸੇ ਤਰ੍ਹਾਂ ਸੇਮ ਲਾਈਨ ਤੇ ਉਹਨਾਂ ਦੀ ਬੇਟੀ ਨੇ ਵੀ ਜਿਹੜਾ ਹੈ ਇੱਕ ਸਕੈਮ ਕੀਤਾ ਹੈ, ਜੋ ਕਿ 3 ਕਰੋੜ ਦਾ ਸਕੈਮ ਸਾਹਮਣੇ ਆਇਆ ਹੈ ਲੇਟੈਸਟ ਪੰਜਾਬ ਸਰਕਾਰ ਦੇ ਵਿੱਚ। ਤੇ ਉਹ ਸਕੈਮਸ ਜਿਹੜੇ ਹੈ ਸਰ, ਇਹ ਪੋਰਟਰੇ ਕਰਦੇ ਹੈ ਕਿ ਸਾਡੇ ਮਾਨ ਸਾਹਿਬ ਜਿਹੜੇ ਨੇ, ਭਗਵੰਤ ਮਾਨ ਜੀ, ਬਿਲਕੁਲ ਮਤਲਬ ਇੱਦਾਂ ਕਹਿ ਲਓ ਕਿ ਇਗਨੋਰੈਂਸ ਦਿਖਾ ਰਹੇ, ਅੱਖਾਂ ਬੰਦ ਕਰ ਰਹੇ ਹੈ ਉਹ ਕਰਪਸ਼ਨ ਨੂੰ, ਜਿਹੜੇ ਕਿ ਇੱਥੇ ਰੈਗੂਲਰ ਲੈਵਲ ਤੇ ਹੋ ਰਹੀ ਹੈ। ਸਾਡੇ ਮਾਨਯੋਗ ਹਰਜੋਤ ਬੈਂਸ ਜੀ ਨੇ ਵੀ ਇੱਕ ਦੇ ਜਿਹੜਾ ਉਹਦੇ ਵਿੱਚ ਮਾਈਨਿੰਗ ਵਗੈਰਾ 'ਚੋਂ ਪੈਸਾ ਕਮਾ ਕੇ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਡੀਲਸ ਇਹ ਕਰਦੇ ਕਿ ਕੁਝ ਪੈਸਾ ਸਾਨੂੰ ਪਾਰਟੀ ਨੂੰ ਕਮਾ ਕੇ ਦਿਓ ਫਰੋਮ ਆਲ ਦੀ ਡੀਲਸ ਜਿਹੜੀ ਵੀ ਤੁਹਾਨੂੰ ਮਿਨਿਸਟਰੀ 'ਚੋਂ ਤੁਹਾਨੂੰ ਦਿੱਤੀਆਂ ਜਾਂਦੀਆਂ, ਚਾਹੇ ਉਹ ਟੂਰਿਜ਼ਮ ਹੋਵੇ, ਚਾਹੇ ਉਹ ਮਾਈਨਿੰਗ ਹੋਵੇ, ਹੈ ਨਾ। ਸੋ ਇਸ ਤਰ੍ਹਾਂ ਜਿਹੜਾ ਇਹ 3 ਕਰੋੜ ਜੇ ਮੈਡਮ ਦੇ ਹੱਥੀਂ ਆਇਆ, ਤਾਂ ਮੈਨੂੰ ਲੱਗਦਾ 7 ਕਰੋੜ ਸ਼ਾਇਦ ਪਾਰਟੀ ਨੂੰ ਗਿਆ ਹੋਵੇ। ਸੋ ਇਸ ਤਰ੍ਹਾਂ ਦੇ ਘਪਲੇ ਬੜੇ ਕਾਮਨ ਹੋ ਗਏ ਪੰਜਾਬ ਸਰਕਾਰ ਦੇ ਵਿੱਚ, ਜਿਨ੍ਹਾਂ ਨੂੰ ਜਿਹੜਾ ਅੱਖ ਬੰਦ ਕਰਕੇ ਜਿਹੜਾ ਹੈ ਆਪਣੇ ਭਗਵੰਤ ਮਾਨ ਜੀ ਇਗਨੋਰ ਕਰ ਰਹੇ ਆ। ਕਿਉਂ ਇਗਨੋਰ ਕਰ ਰਹੇ? ਕਿਉਂਕਿ ਮੇ ਬੀ ਮੈਡਮ ਦਾ ਐਫੀਲੀਏਸ਼ਨ ਦੂਸਰੇ ਪਾਰਟੀ ਦੇ ਲੀਡਰਸ ਨਾਲ ਹੋਵੇ, ਤੇ ਉਸ ਐਫੀਲੀਏਸ਼ਨ ਤੇ ਅਫੈਕਸ਼ਨ ਕਰਕੇ ਜਿਹੜਾ ਹੈ ਇਸ ਕਰਪਸ਼ਨ ਨੂੰ ਇਗਨੋਰ ਕੀਤਾ ਜਾ ਰਿਹਾ। ਜਿੰਨਾ ਮਰਜ਼ੀ ਅਸੀਂ ਮਾਰਕੀਟਿੰਗ ਕਰ ਲਈ, ਜਿੰਨਾ ਮਰਜ਼ੀ ਇੰਡੀਆ ਦੇ ਵਿੱਚ ਅਸੀਂ ਨਿਊਜ਼ ਫੈਲਾ ਲਈਏ, ਲੇਕਿਨ ਕੁਝ ਗੱਲਾਂ ਜਿਹੜੀਆਂ ਹੈ ਸਰ, ਕਹਿੰਦੇ ਇਸ਼ਕ ਤੇ ਮੁਸ਼ਕ ਛੁਪਾਏ ਨਹੀਂ ਛੁਪਦੇ, ਇਹ ਉਹ ਗੱਲਾਂ ਨੇ। ਇਹ ਹੁਣ ਜਿਹੜਾ ਰਿਲੇਸ਼ਨਸ਼ਿਪਸ ਪਾਰਟੀ ਦੇ ਵਿੱਚ ਐਗਜ਼ਿਸਟ ਕਰਦੇ ਆ, ਜਿਹੜੇ ਨਜਾਇਜ਼ ਰਿਲੇਸ਼ਨਸ਼ਿਪ ਪਾਰਟੀ ਦੇ ਵਿੱਚ ਐਗਜ਼ਿਸਟ ਕਰਦੇ ਆ, ਉਹਨਾਂ ਕਰਕੇ ਜਿਹੜਾ ਹੈ ਇਹ ਕਰਪਸ਼ਨ ਇੰਨੇ ਰੈਂਪੈਂਟ ਹੋ ਗਈ ਹੈ ਸਾਡੀ ਪਾਰਟੀ। ਤੇ ਇਸ ਕਰਕੇ ਹੀ ਵਿਚਾਰੇ ਭਗਵੰਤ ਮਾਨ ਜੀ ਇਗਨੋਰ ਕਰ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਪਿਆਰ ਮੁਹੱਬਤ ਦੀਆਂ ਚੀਜ਼ਾਂ, ਇਹਦੇ ਕਰਕੇ ਬੜੀ ਗੱਲਾਂ ਇਗਨੋਰ ਕਰਨੀਆਂ ਪੈਂਦੀਆਂ।
ਇਸ਼ਕ ਮੁਸ਼ਕ ਛਪਾਇਆ ਨਹੀਂ ਛੁਪਦੇ, ਜਿਵੇਂ ਚਨਾ ਨਾ ਛੁਪਦੀ ਵਿੱਚ ਛੱਲਾਂ। ਚਨਾ ਇੱਕ ਦਰਿਆ ਸੀ ਪੰਜਾਬ ਦਾ। ਇਹ ਪੰਜਾਬ ਦਾ ਦਰਿਆ ਜਿਹੜਾ ਹੈ, ਇਸ ਨੇ ਕਿੱਡੇ ਵੱਡੇ ਸੰਕੇਤ ਉਦੋਂ ਹੀ ਦੇ ਦਿੱਤੇ ਸੀਗੇ। ਔਰ ਇਹ ਇੱਕ ਐਸਾ ਕਲਾਮ ਹੈ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਪ੍ਰਚਲਿਤ ਹੈ, ਅੱਜ ਵੀ ਹੈ, ਰਹੇਗਾ ਵੀ, ਸਦੀਆਂ ਤੱਕ, ਆਉਣ ਵਾਲੀਆਂ ਤੱਕ ਰਹੇਗਾ। ਕਿ ਭਗਵੰਤ ਮਾਨ ਜੀ ਦੀ ਕਰਪਸ਼ਨ ਫਰੀ ਸਰਕਾਰ ਜਿਹੜੀ ਹੈ ਇਹਦੇ ਵੱਲ ਤਵੱਜੋ ਦੇਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ। ਬਿਨਾਂ ਕਿਸੇ ਬੈਰ ਵਿਰੋਧ ਦੇ ਇਹ ਜਿਹੜੀ ਹੈ ਗੱਲ ਕਰ ਦਿੱਤੀ ਹੈ, ਇਹ ਆਪਣੇ ਪੰਜਾਬ ਦੇ ਹਿੱਤ ਦੀ ਗੱਲ ਕਰ ਦਿੱਤੀ ਹੈ। ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਚੇਤਾ ਦਿੱਤਾ ਗਿਆ ਹੈ ਕਿ ਤੁਸੀਂ ਵੀ ਜਿਹੜਾ ਪੰਜਾਬ ਦਾ ਹੈਲੀਕਾਪਟਰ ਲੈ ਕੇ ਕੇਜਰੀਵਾਲ ਸਾਹਿਬ ਨਾਲ ਤੁਰੇ ਫਿਰਦੇ ਹੋ, ਉਹ ਕਿਹੜੀ ਗੱਲ ਤੋਂ ਪਿੱਛੇ ਰਹਿ ਗਿਆ, ਇਸ ਬਾਰੇ ਥੋੜ੍ਹਾ ਜਿਹਾ ਦੱਸ ਦਿਓ। मैं सर यही कहना चाहूँगी कि ये किसी भी आवाज़ ਨੂੰ ਰੋਕ ਨਹੀਂ ਸਕਦੀ। ਤੇ ਮੇਰਾ ਤਾਂ ਲਾਸਟ ਇਹੀ ਹੈ ਕਿ ਜਿੰਨਾ ਵੀ VIP ਕਲਚਰ ਹੈ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ, ਜਿੰਨਾ ਸ਼ੋਅ ਆਫ ਕਰ ਰਿਹਾ ਜਸਟ ਟੂ ਸ਼ੋਅ ਕਿ ਅਸੀਂ ਐਲੀਟ ਕਲਾਸ ਦੇ ਹਾਂ ਐਂਡ ਅਲਿਓਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜੋ ਇਹ ਸਭ ਚੀਜ਼ਾਂ ਕਰ ਰਹੇ ਨੇ ਸਰ, ਇਹ ਬਿਲਕੁਲ ਵੇਸਟ ਜਾਣਗੇ। ਇਹ ਇੱਦਾਂ ਦੀਆਂ ਚੀਜ਼ਾਂ ਹੈ ਜਿਹੜੀਆਂ ਇਹਨਾਂ ਦੇ ਹੀ ਅਗੇਂਸਟ ਜਾਣਗੀਆਂ। ਇਹਦੇ ਰੈਪਰਕਸ਼ਨਸ ਕੀ ਹੋਣਗੇ ਲੇਟਰ ਪਤਾ ਲੱਗਣਗੇ। ਇਹ ਹੁਣ ਬਹੁਤ ਆਸਾਨ ਲੱਗ ਰਿਹਾ, ਬੜਾ ਅੱਛਾ ਮਜ਼ਾਕ ਤੇ ਉਹ ਲੱਗ ਰਿਹਾ ਕਿ ਵਾਓ ਹੁਣ ਸਾਨੂੰ ਸਾਡੇ ਕੋਲ 5 ਸਾਲ ਹੈ, ਅਸੀਂ ਜਿੱਦਾਂ ਮਰਜ਼ੀ ਦਾ ਮਿਸਯੂਜ਼ ਕਰ ਲਈਏ ਪਾਵਰ ਦਾ, ਹੈ ਨਾ। ਮਤਲਬ ਆਮ ਲੋਕਾਂ ਦੇ ਤੇ ਧੱਕਾ ਕਰ ਰਹੇ, ਧੱਕਾਸ਼ਾਹੀ ਜਿਹਨੂੰ ਆਪਾਂ ਕਹਿੰਦੇ ਆ ਸਰਕਾਰ ਦੇ ਲੋਕ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਸਰ ਕਿ ਲਾਸਟ ਜੇ मैं सिर्फ कंक्लूड करके ये कहूँगी कि आम जनता को कब तक रोकोगे, बोलने से कब तक रोकोगे, कुछ आगे काम करने से कब तक रोकोगे। ठीक है जी, ये मेरा सरकार नू अज ओपन जेड़ा है आंसर मैं देना चाहूँगी कि मुझे कब तक रोकोगे। 4 साल पए ने, अजे भी समय पल्ले बन लो किहड़ियां गल्लां असीं कीतियां तुहाडे नाल ते करदे हां। सत श्री अकाल। थैंक यू डॉक्टर साहब। थैंक यू, धन्नवाद, बहुत बहुत धन्नवाद जी।